ਸਤਿ ਸ਼੍ਰੀ ਅਕਾਲ ਦੋਸਤੋ, ਬਲਦੇਵ ਸਿੰਘ ਵਿਰਦੀ ਜੀ। ਔਰ ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਜਿਹੜੇ ਲੇਟੈਸਟ ਰੂਲਸ ਚੇਂਜ ਹੋਏ ਹੈ ਸਟੂਡੈਂਟ ਵੀਜ਼ਾ ਲਈ। ਸਟੈਪ 1 ਸਟੈਪ 2 ਦੀ ਅਪਰੂਵਲ ਸੀ ਜਿਨ੍ਹਾਂ ਦੀ ਗੱਲ ਕਰਦੇ ਹਾਂ। ਐਂਡ ਲੇਟੈਸਟ 23 ਆਫ ਜੁਲਾਈ 23 ਜੁਲਾਈ ਨੂੰ ਦਿੱਲੀ ਦੇ ਵਿੱਚ ਜਿਹੜਾ IRCC ਦੇ ਵੱਲੋਂ ਇੱਕ ਵੈਬੀਨਾਰ ਲਾਂਚ ਕੀਤਾ ਗਿਆ। ਵੈਬੀਨਾਰ ਦੇ ਵਿੱਚ ਕੁਝ ਏਜੰਟਸ ਵੀ ਸੀ ਔਰ ਸਾਰੀ ਇਨਫੋਰਮੇਸ਼ਨ ਜਿਹੜੀ ਪਾਸ ਆਊਟ ਕੀਤੀ ਗਈ ਹੈ। ਬੜੇ ਇੰਪੋਰਟੈਂਟ ਕੁਝ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਹੈਗੀਆਂ ਉਹ ਬੜੀ ਕਲੈਰਿਟੀ ਨਾਲ ਹੈਗੀਆਂ ਔਰ ਉਹਨਾਂ ਨੂੰ ਸਮਝਣ ਦੀ ਵੀ ਲੋੜ ਹੈਗੀ ਹੈ। YouTube ਦੇ ਉੱਪਰ ਬਹੁਤ ਸਾਰੀਆਂ ਮਿਸ ਇਨਫੋਰਮੇਸ਼ਨਸ ਵੀ ਆ ਰਹੀਆਂ ਹਨ, ਉਹਨਾਂ ਨੂੰ ਥੋੜ੍ਹਾ ਖਿਆਲ ਵੀ ਰੱਖਣਾ ਹੈਗਾ। ਸੋ ਸਭ ਤੋਂ ਵਧੀਆ ਜਾਣਕਾਰੀ ਦੇ ਲਈ IRCC ਦੀ ਜਿਹੜੀ ਵੈਬਸਾਈਟ ਹੈ ਉਸ 'ਤੇ ਤੁਸੀਂ ਜੁੜ ਕੇ ਸਾਰੀਆਂ ਇਨਫੋਰਮੇਸ਼ਨਸ ਪ੍ਰਾਪਤ ਕਰ ਸਕਦੇ ਹੋ। ਬਟ ਮੋਟਾ ਜਿਹੜੇ ਪੁਆਇੰਟਸ ਹੈਗੇ ਉਹ ਆਪਾਂ ਡਿਸਕਸ ਕਰਾਂਗੇ। ਸੋ 23 ਜੁਲਾਈ ਨੂੰ ਜਿਹੜੇ ਪੁਆਇੰਟਸ ਡਿਸਕਸ ਹੋਏ ਆ ਉਹਦੇ ਵਿੱਚੋਂ ਜਿਹੜੇ ਮੇਨ ਪੁਆਇੰਟ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ, ਜਿਹੜੇ ਵਰੀਡ ਵਾਲੇ ਵੀ ਹੈਗੇ ਆਪਣੇ ਲਈ। ਐਂਡ ਕੁਝ ਚੀਜ਼ਾਂ ਇਹ ਵੀ ਸਾਹਮਣੇ ਆਈਆਂ ਵੀ ਕੈਨੇਡਾ ਹਮੇਸ਼ਾ ਹੀ ਬੱਚਿਆਂ ਲਈ ਬਹੁਤ ਜ਼ਿਆਦਾ ਕੰਸਰਨ ਰਹਿੰਦਾ ਹੈ ਔਰ ਉਹਨਾਂ ਨੂੰ ਪਤਾ ਵੀ ਹੈਗਾ ਵੀ ਬੱਚਿਆਂ ਦੇ ਬਿਨਾਂ ਜਾਂ ਜਿਹੜੇ ਸਟੂਡੈਂਟਸ ਵੀਜ਼ਾ ਤੋਂ ਬਿਨਾਂ ਉਹਨਾਂ ਦਾ ਜਿਹੜਾ ਸਿਸਟਮ ਨਹੀਂ ਚੱਲ ਸਕਦਾ। ਤਾਂ ਇਸ ਲਈ ਉਹਨਾਂ ਨੂੰ ਹਮੇਸ਼ਾ ਪ੍ਰਾਇੋਰਟੀ ਵੀ ਦਿੰਦੇ ਹੈਗੇ। ਬਟ ਕੁਝ ਸਿਸਟਮਸ ਜਿਸ ਤਰ੍ਹਾਂ ਹੁਣ ਪ੍ਰੋਸੈਸ 1 ਐਂਡ ਪ੍ਰੋਸੈਸ 2 ਜਿਹੜਾ ਹੈਗਾ ਸਟੈਪ 1 ਸਟੈਪ 2 ਦੇ ਵਿੱਚ ਹੈਗਾ ਕੁਝ ਚੀਜ਼ਾਂ ਇੰਪਲੀਮੈਂਟ ਕੀਤੀਆਂ ਗਈਆਂ, ਉਹਨਾਂ ਨੂੰ ਆਪਾਂ ਜਾਣਾਂਗੇ ਜਿਹੜੀਆਂ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗੀਆਂ। ਨੰਬਰ 1 ਹੈਗੀ ਰਿਸਟ੍ਰਿਕਸ਼ਨ, ਜਿਹੜੀ ਰਿਸਟ੍ਰਿਕਸ਼ਨ ਟੂ ਫਲਾਈ ਔਨ ਕੈਨੇਡਾ। ਤੋ ਉਹ ਕਿਹੜੇ ਬੰਦੇ ਜਿਹੜੇ ਫਲਾਈ ਕਰ ਸਕਦੇ ਜਿਹੜੇ ਨਹੀਂ ਕਰ ਸਕਦੇ ਉਹਨਾਂ ਬਾਰੇ। ਤੋ ਅੱਜ ਦੀ ਡੇਟ ਵਿੱਚ ਅਗਰ ਆਪਾਂ ਜਾਣੀਏ ਤਾਂ ਸਿੰਪਲ PR ਜਿਹੜੇ ਹੈਗੇ ਉਹ ਟਰੈਵਲ ਕਰ ਸਕਦੇ ਹੈਗੇ ਆ, ਜਾਂ ਪਰਸਨਸ ਜਿਹੜੇ ਹੈਗੇ ਆ ਅੰਡਰ ਕੈਨੇਡੀਅਨ ਐਕਟ ਦੇ ਅੰਡਰ ਜਿਹੜੇ ਆਉਂਦੇ ਹੈਗੇ ਉਹ ਕਰ ਸਕਦੇ। ਰਜਿਸਟਰਡ ਪਰਸਨਸ ਹੈਗੇ ਜਾਂ ਪ੍ਰੋਟੈਕਟਡ ਪਰਸਨਸ ਹੈਗੇ ਜਾਂ ਕੋਈ ਫੋਰਨ ਨੈਸ਼ਨਲ ਹੈਗਾ USA ਤੋਂ ਕੋਈ ਹੈਗਾ ਜਿਹੜਾ ਅੰਡਰ ਐਸੈਂਸ਼ੀਅਲ ਪ੍ਰੋਗਰਾਮ ਦੇ ਅੰਡਰ ਐਂਟਰ ਕਰਨਾ ਚਾਹੁੰਦਾ ਹੈ ਔਰ ਜਾਂ ਫਿਰ ਕੋਈ ਅਦਰ ਦੈਨ USA ਤੋਂ ਵੀ ਕੋਈ ਐਸੈਂਸ਼ੀਅਲ ਪ੍ਰੋਗਰਾਮਸ ਦੇ ਅੰਦਰ ਐਂਟਰ ਕਰਨਾ ਚਾਹੁੰਦਾ ਜਿਹਦਾ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹੀ ਬੰਦੇ ਸਾਰੇ ਐਂਟਰ ਕਰ ਪਾ ਰਹੇ ਆ। ਬਟ ਇਹਦੇ ਵਿੱਚ ਕੁਝ ਜਿਹੜੀਆਂ ਰਿਸਟ੍ਰਿਕਸ਼ਨਸ ਐਗਜ਼ੈਂਪਸ਼ਨ ਵੀ ਹੈਗੀਆਂ। ਹੁਣ ਇੱਥੇ ਬੜੇ ਧਿਆਨ ਨਾਲ ਦੇਖਣ ਵਾਲੀ ਗੱਲ ਹੈਗੀ, ਕੁਝ ਟੈਂਪਰਰੀ ਫੋਰਨ ਵਰਕਰ ਜਿਹੜੇ ਹੈਗੇ ਆ ਉਹ ਵੀ ਜਾ ਸਕਦੇ ਜਿਨ੍ਹਾਂ ਕੋਲ ਅਪਰੂਵਲਸ ਹੈਗੀਆਂ, ਜਿਨ੍ਹਾਂ ਕੋਲ ਯਾਨੀ ਕਿ ਉੱਥੇ ਹੈਲਥ ਦੇ ਵਿੱਚ ਜਾਂ ਜਿਹੜੀਆਂ ਮੈਂਡੇਟਰੀ ਸਰਵਿਸਿਜ਼ ਹੈਗੀਆਂ ਐਸੈਂਸ਼ੀਅਲ ਸਰਵਿਸ ਹੈਗੀਆਂ ਉਹਨਾਂ ਦੇ ਵਿੱਚ ਉਹਨਾਂ ਦਾ ਵਰਕ ਪਰਮਿਟ ਅਵੇਲੇਬਲ ਹੈਗਾ ਜਾਂ ਉਹ ਇੱਥੇ ਇੰਡੀਆ ਆਏ ਹੋਏ ਵਾਪਸ ਜਾਣਾ ਚਾਹੁੰਦੇ ਉਹ ਜਾ ਸਕਦੇ ਆ। ਸਮ ਇੰਟਰਨੈਸ਼ਨਲ ਸਟੂਡੈਂਟ ਸੈਕਿੰਡ ਉਹਨਾਂ ਨੇ ਕਿਹਾ ਕਿ ਕੁਝ ਇੰਟਰਨੈਸ਼ਨਲ ਸਟੂਡੈਂਟ ਵੀ ਫਲਾਈ ਕਰ ਸਕਦੇ ਜਦੋਂ ਕਿ ਹਜੇ ਜਿਹੜੀ ਫਲਾਈਟਸ ਉਹਨਾਂ ਨੂੰ ਹਜੇ ਨਹੀਂ ਚੱਕ ਰਹੀਆਂ। ਉਹਦੇ ਬਾਰੇ ਹੋ ਸਕਦਾ 2-4 ਦਿਨਾਂ 'ਚ ਕਲੈਰਿਟੀ ਆਪਣੇ ਕੋਲ ਆ ਜਾਏ ਜਾਂ ਕੁਝ ਫਲਾਈਟਸ ਉਹਨਾਂ ਨੂੰ ਓਪਨ ਕਰ ਦੇਣ। ਬਟ ਕੁਝ ਬੱਚੇ ਜਿਨ੍ਹਾਂ ਕੋਲ ਕਾਲਜ ਤੋਂ ਅਪਰੂਵਲਸ ਆ ਚੁੱਕੀਆਂ ਹਨ। ਬਟ ਇਹ ਵੀ ਬੜਾ ਧਿਆਨ ਨਾਲ ਦੇਖਣ ਵਾਲਾ ਹੈ। ਡਜ਼ਨਟ ਮੈਟਰ ਕਿ ਤੁਹਾਡੇ ਕੋਲ ਅਪਰੂਵਲ ਆ ਗਈ ਤੁਸੀਂ ਫਲਾਈ ਕਰੋਗੇ ਹੀ ਕਰੋਗੇ, ਤੁਸੀਂ ਆਪਣੇ ਰਿਸਕ 'ਤੇ ਜਾਣਾ ਹੈਗਾ। ਕੋਈ ਵੀ ਟਿਕਟ ਬੁੱਕ ਕਰਨੀ ਆਪਣੇ ਰਿਸਕ 'ਤੇ ਬੁੱਕ ਕਰ ਰਹੇ ਹੋ, ਕਿਉਂਕਿ ਕੈਨੇਡੀਅਨ ਇਮੀਗ੍ਰੇਸ਼ਨ ਦਾ ਉੱਥੇ ਜਾ ਕੇ ਅਗਰ ਪਤਾ ਲੱਗੇ ਔਨ ਬੋਰਡ ਵੀ ਇਹ ਤੁਹਾਡੀ ਐਸੈਂਸ਼ੀਅਲ ਕਲਾਸ ਨਹੀਂ ਹੈ, ਤੁਹਾਡੀ ਫਿਜ਼ੀਕਲ ਕਲਾਸ ਨਹੀਂ ਲੱਗਣੀ ਜਾਂ ਇਸ ਤਰ੍ਹਾਂ ਦੀ ਕੋਈ ਚੈਕਿੰਗ ਵਗੈਰਾ ਹੋ ਸਕਦੀ ਹੈਗੀ ਹੈ। ਸੋ ਜੋ ਵੀ ਤੁਸੀਂ ਸਟੈਪ ਲੈਣੇ ਬੜੇ ਧਿਆਨ ਨਾਲ ਲੈਣੇ ਹੈਗੇ ਹੈ। ਆਲਦੋ ਕਲੌਜ਼ ਉਹਨਾਂ ਨੇ ਲਿਖਤੀ ਹੈ ਸਮ ਇੰਟਰਨੈਸ਼ਨਲ ਸਟੂਡੈਂਟ ਐਂਡ ਸਮ ਅਪਰੂਵਡ ਪਰਮਾਨੈਂਟ ਰੈਜ਼ੀਡੈਂਟ ਆਲਸੋ, ਜਿਹਨਾਂ ਦਾ ਨਵਾਂ ਅਪਰੂਵਲ ਹੋ ਗਿਆ ਉਹ ਵੀ ਕੁਛ ਦੇ ਵਿੱਚ ਇਹ ਬੜਾ ਆ ਜਾਂਦਾ ਵੀ ਇੱਕ ਕਾਮਨ ਨਹੀਂ ਹੈਗਾ, ਤੁਹਾਡੇ ਲਈ ਸਪੈਸ਼ਲ ਹੈਗਾ। ਅਗਰ ਸਪੈਸ਼ਲ ਅਪਰੂਵਲਸ ਤੁਹਾਡੇ ਕੋਲ ਹੈਗੇ ਆ, ਸਪੈਸ਼ਲ ਸਰਕਮਸਟਾਂਸ ਤੁਹਾਡੇ ਕੋਲ ਜਸਟੀਫਾਈ ਕਰਨ ਵਾਲੇ ਬੰਦੇ ਹੈਗੇ ਹੈ, ਤਾਂ ਹੀ ਤੁਸੀਂ ਟਰੈਵਲ ਕਰ ਸਕਦੇ ਹੋ। ਤਾਂ ਇਸ ਚੀਜ਼ ਦਾ ਆਪਾਂ ਖਿਆਲ ਰੱਖਣਾ ਹੈਗਾ। ਜਦੋਂ ਵੀ ਜਾ ਰਹੇ ਹਾਂ ਸਾਰੀਆਂ ਅਪਰੂਵਲਸ ਨਾਲ ਲੈ ਕੇ ਜਾਈਏ, ਸਾਰੀਆਂ ਚੀਜ਼ਾਂ ਦੀ ਪ੍ਰਪੇਅਰ ਕਰਕੇ ਚੱਲੀਏ। ਅਗਰ ਆਪਣੇ ਕੋਲ ਕਿਸੇ ਚੀਜ਼ ਦਾ ਕੋਈ ਆਨਸਰ ਨਹੀਂ ਹੈਗਾ ਤਾਂ ਉਹਨਾਂ ਨੇ ਦੁਬਾਰਾ ਆਪਾਂ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਦੇਣਾ, ਇਸ ਲਈ ਪ੍ਰੈਪਰੇਸ਼ਨ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਵੀ ਆਪਾਂ ਟਿਕਟ ਬੁੱਕ ਕਰ ਰਹੇ ਹਾਂ ਪਹਿਲੀ ਗੱਲ ਤਾਂ ਆਪਣੀ ਸਾਰੀ ਅਪਰੂਵਲਸ ਹੱਥ 'ਚ ਰੱਖੋ ਟਿਕਟ ਬੁੱਕ ਕਰਨ ਤੋਂ ਪਹਿਲਾਂ। ਔਰ ਸੈਕੰਡ ਜਦੋਂ ਬੁੱਕ ਹੋ ਜਾਂਦੀ ਉਸ ਤੋਂ ਬਾਅਦ ਆਪਣੀ ਥੋੜ੍ਹੀ ਜਿਹੀ ਪ੍ਰੈਪਰੇਸ਼ਨ ਵੀ ਕਰੋ ਵੀ ਮੈਂ ਉੱਥੇ ਕਾਹਦੇ ਲਈ ਜਾ ਰਿਹਾ, ਕਿਉਂ ਜਾ ਰਿਹਾ, ਉੱਥੇ ਕੌਣ ਹੈ, ਕੀ ਸਰਕਮਸਟਾਂਸਿਸ ਹੈ, ਵਰਕ ਪਰਮਿਟ ਹੈ, ਮੇਰਾ ਸਟੂਡੈਂਟ ਵੀਜ਼ਾ ਹੈ, ਮੇਰਾ ਕਾਲਜ ਕੀ ਹੈ, ਕਾਲਜ ਤੋਂ ਕੀ ਅਪਰੂਵਲਸ ਆਈ ਹੈ, ਕੀ ਮੇਰੀ ਫਿਜ਼ੀਕਲ ਕਲਾਸ ਲੱਗੇਗੀ, ਮੈਂ ਆਨਲਾਈਨ ਕਲਾਸ ਕਿਉਂ ਨਹੀਂ ਲਾ ਸਕਦਾ। ਇਹ ਸਾਰੇ ਕੁਐਸਚਨਸ ਜਿਹੜੇ ਹੈਗੇ ਆ ਤੁਸੀਂ ਇੱਕ ਇੰਟਰਵਿਊ ਦੀ ਤਰ੍ਹਾਂ ਪ੍ਰਪੇਅਰ ਕਰਕੇ ਚੱਲਣਾ। ਇਟ ਡਜ਼ਨਟ ਮੈਟਰ ਕਿ ਇੱਥੋਂ ਤੁਸੀਂ ਬੁੱਕ ਕਰ ਲਈ ਟਿਕਟ, ਉੱਥੋਂ ਤੁਹਾਨੂੰ ਵਾਪਸ ਕਰ ਦਿੱਤਾ ਗਿਆ, ਫਿਰ ਤੁਸੀਂ ਆਪਣੇ ਏਜੰਟਸ ਨਾਲ ਲੜਦੇ ਰਹੋ ਜਾਂ ਕਿਤੇ ਟਿਕਟ ਬੁੱਕ ਕੀਤੀ ਹੈ ਉਹਨਾਂ ਨਾਲ ਲੜਦੇ ਰਹੋ। ਸੋ ਡਜ਼ਨਟ ਮੇਕ ਸੈਂਸ। ਤੁਸੀਂ ਬ੍ਰਿਲੀਅੰਟਲੀ ਇਹਨੂੰ ਐਡਵਾਈਸ ਆਪਣੀ ਸਹੀ ਦਿਮਾਗ ਨਾਲ ਇਹਨਾਂ ਚੀਜ਼ਾਂ ਨੂੰ ਸਮਝਣਾ ਹੈਗਾ, ਪ੍ਰੈਪਰੇਸ਼ਨ ਕਰਕੇ ਜਾਣੀ ਹੈ। ਉਹਦੇ ਵਿੱਚ ਤੁਹਾਡਾ ਕੁਆਰੰਟਾਈਨ ਪੀਰੀਅਡ ਵੀ ਹੈਗਾ ਵੀ ਯੈਸ ਉਹਦੇ ਕੋਲ ਪਲਾਨ ਕੀ ਹੈ, ਤੁਹਾਡੇ ਕੋਲ 14 ਦਿਨ ਆਪਾਂ ਕਿੱਥੇ ਰਹਿਣਾ ਹੈ, ਕੌਣ ਆਪਣੀ ਟੇਕ ਕੇਅਰ ਕਰੇਗਾ, ਕਿ ਆਪਾਂ ਕਿਤੇ ਲੈਂਡਲੋਰਡ ਕੋਲ ਰਹਿਣਾ ਹੈ ਜਾਂ ਕਿਸੇ ਦੋਸਤ ਮਿੱਤਰ ਕੋਲ ਰਹਿਣਾ, ਉਹਦੀਆਂ ਅਪਰੂਵਲਸ ਵੀ ਐਸੇ 14 ਡੇਜ਼ ਇੱਥੇ ਰਹਿ ਸਕਦਾ, ਸਾਰੀਆਂ ਚੀਜ਼ਾਂ ਈਚ ਐਂਡ ਐਵਰੀ ਵਨ ਬਿਕੋਜ਼ ਕਿ ਸੈਂਸਿਟਿਵ ਮੈਟਰ ਹੈਗੇ ਹੈ। तो ਕੈਨੇਡਾ ਨੇ ਮਨਾ ਨਹੀਂ ਕੀਤਾ ਹੋਇਆ, ਦੇਖिए ਮਨਾ ਨਹੀਂ ਕੀਤਾ ਹੋਇਆ। ਬਟ ਅਗਰ ਆਪਾਂ ਜਾਣਾ ਹੈ ਤਾਂ ਪੂਰੀ ਤਿਆਰੀ ਕਰਕੇ ਆਪਾਂ ਸਾਰੀ ਟਿਕਟਸ ਜਾਂ ਸਾਰੀਆਂ ਚੀਜ਼ਾਂ ਲੈਣੀਆਂ ਹੈਗੀਆਂ। ਐਸਾ ਨਾ ਹੋਏ ਕਿ ਆਪਾਂ ਜਾਣਾ ਤਾਂ ਚਾਹੁੰਦੇ ਹੈਗੇ ਪੈਸੇ ਵੀ ਵੇਸਟ ਕਰ ਲਈਏ ਔਰ ਆਪਣਾ ਕੰਮ ਵੀ ਨਾ ਬਣੇ, ਵਾਪਸ ਆ ਜਾਈਏ। ਉਹ ਸਾਰੀਆਂ ਆਪਣੀਆਂ ਹੀ ਗਲਤੀਆਂ ਹੋਣਗੀਆਂ ਅਗਰ ਆਪਾਂ ਵਾਪਸ ਆਵਾਂਗੇ। ਤੋ ਇੱਕ ਹੋਰ ਜਿਹੜੀ ਸਭ ਤੋਂ ਵਧੀਆ ਜਿਹੜੀ ਚੀਜ਼ ਹੈਗੀ ਹੈ
ਵੀ ਯੈਸ ਆਨਲਾਈਨ ਉਹ ਕਹਿੰਦੇ ਸਬਮਿਟ ਤੁਸੀਂ ਕਰ ਸਕਦੇ ਹੋ ਆਪਣੀਆਂ ਫਾਈਲਾਂ, ਕੋਈ ਪ੍ਰੋਬਲਮ ਨਹੀਂ ਹੈਗੀ। ਪ੍ਰੋਸੈਸਿੰਗ ਟਾਈਮ ਵੀ ਜੋ ਕਿ ਅਸੀਂ ਦੇਖ ਰਹੇ ਹਾਂ ਇਸ ਟਾਈਮ ਤੇ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਪ੍ਰੋਸੈਸਿੰਗ ਟਾਈਮ ਦੇ ਵਿੱਚ ਵੀ ਉਹਨਾਂ ਨੇ ਥੋੜ੍ਹਾ ਕੰਸਰਨ ਦਿਖਾਇਆ ਵੀ 45 ਡੇਜ਼ ਦੇ ਵਿੱਚ ਕੋਸ਼ਿਸ਼ ਕਰਾਂਗੇ ਜਿਹੜੀਆਂ ਫਾਈਲਾਂ ਅਪਰੂਵ ਹੋ ਜਾਣ, ਬਟ ਉਹ ਪਹਿਲ ਦੇ ਆਧਾਰ 'ਤੇ ਉਹੀ ਹੋਣਗੇ ਜਿਨ੍ਹਾਂ ਦੇ ਬਾਇਓਮੈਟ੍ਰਿਕਸ ਵਗੈਰਾ ਕੀਤੇ ਹੋਏ ਹੈ। ਸੈਕੰਡ ਨੰਬਰ 'ਤੇ ਉਹ ਫਾਈਲਾਂ ਅਪਰੂਵਲ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਸਟੈਪ 1 ਦੀ ਅਪਰੂਵਲ ਦੇਣੀ ਹੈ। ਵੀ ਸਟੈਪ 1 'ਚ ਕੀ ਚੀਜ਼ਾਂ ਦੇਖੀਆਂ ਜਾਣਗੀਆਂ। ਸਟੈਪ 1 ਦੇ ਵਿੱਚ ਜਿਹੜੀਆਂ ਸਿਰਫ ਉਹਨਾਂ ਨੇ 4 ਚੀਜ਼ਾਂ ਦੇਖਣੀਆਂ ਹੈਗੀਆਂ ਵੀ ਬੱਚਾ ਜਿਹੜਾ ਹੈਗਾ ਜੈਨੂਨ ਹੈਗਾ, ਸਟੂਡੈਂਟ ਜੈਨੂਨ ਹੈ। ਨੰਬਰ 1 ਵੀ ਉਹ ਪੜ੍ਹਾਈ ਕਰਨ ਵਾਸਤੇ ਜਾ ਰਿਹਾ। ਸੈਕੰਡ, ਉਹਨੇ ਕਾਲਜ ਦੇ ਵਿੱਚ DLI ਅਪਰੂਵਡ ਕਾਲਜ ਹੈ, ਉੱਥੇ ਐਡਮਿਸ਼ਨ ਲੈ ਲਈ ਹੈ, ਐਕਸੈਪਟੈਂਸ ਲੈਟਰ ਆ ਗਈ ਹੈ, ਵਿੱਚ ਉਹ ਡਾਕੂਮੈਂਟਰੀ ਆਪਾਂ ਸਾਰੀ ਕਰਦੇ ਹਾਂ, ਸਟੂਡੈਂਟ ਦੇ ਬਿਹੇਵ 'ਤੇ ਆਪਾਂ ਲਾਉਂਦੇ ਹੈਗੇ ਹਾਂ। ਥਰਡ 1 ਜੀ ਉਹਦੇ ਕੋਲ ਸਫੀਸ਼ੀਐਂਟ ਬੈਲੈਂਸ ਹੈਗਾ, GIC ਵਗੈਰਾ ਕਰਾਇਆ ਹੋਇਆ। ਅਗਰ ਨੋਨ SDS 'ਚ ਆਪਾਂ ਲਗਾ ਰਹੇ ਹਾਂ ਤਾਂ ਦੈਨ ਆਪਣੇ ਕੋਲ ਸੋਰਸ ਆਫ ਫੰਡ ਔਰ ਫੰਡ ਜਿਹੜੇ ਅਵੇਲੇਬਲ ਹੈਗੇ। ਜੇ GIC ਹੈ, ਅੰਡਰ SDS ਹੈ ਤਾਂ ਕੋਈ ਜ਼ਰੂਰਤ ਨਹੀਂ ਹੈਗੀ, ਅੰਡਰ SDS ਹੈ GIC ਆਪਣਾ ਲਗਾ ਦੇਣਾ, ਕੋਈ ਟੈਨਸ਼ਨ ਨਹੀਂ। ਬਟ ਅਗਰ ਆਪਾਂ ਲਗਾ ਰਹੇ ਹਾਂ ਵੀ ਯੈਸ ਨੋਨ SDS ਦੇ ਵਿੱਚ ਤਾਂ ਦੈਨ ਆਪਾਂ ਫੰਡ ਦੇਣੇ ਹੈਗੇ, ਉਹਦੇ ਸੋਰਸ ਆਫ ਫੰਡ ਵੀ ਦੇਣੇ, ਇਨਕਮ ਵਗੈਰਾ ਸਾਰਾ ਕੁਝ ਦੇਣਾ। ਲਾਸਟ ਰਹਿੰਦਾ ਹੈ ਵੀ ਯੈਸ ਕੈਨੇਡਾ ਦੇ ਵਿੱਚ ਅਸੀਂ ਪੜ੍ਹ ਕੇ ਵਾਪਸ ਆ ਜਾਣਾ। ਇਹ ਇੱਕ ਜਿਹੜਾ ਹੈ ਬੜਾ ਬਿਊਟੀਫੁਲ ਤਰੀਕੇ ਨਾਲ ਆਪਾਂ ਨੂੰ ਕਵਰ ਅਪ ਕਰਨ ਦੀ ਜ਼ਰੂਰਤ ਪੈਂਦੀ ਹੈ ਹਰੇਕ ਫਾਈਲ ਦੇ ਵਿੱਚ। ਸੋ ਇਹਨਾਂ ਚੀਜ਼ਾਂ ਨੂੰ ਅਗਰ ਆਪਾਂ ਫਾਈਲ ਲਗਾਉਂਦੇ ਤਾਂ ਫਾਈਲਾਂ ਦਾ ਕਦੇ ਵੀ ਮਨਾ ਨਹੀਂ ਕੀਤਾ ਗਿਆ ਹੈ। ਬਟ ਇੱਕ ਚੀਜ਼ ਵੈਰੀ ਕਲੀਅਰ ਜਿਹੜੀ ਪਹਿਲਾਂ ਤੁਸੀਂ ਦੇਖ ਰਹੇ ਸੀ ਵਿਦਆਊਟ ਇਸ ਜਾ ਰਹੇ ਆ, ਡਿਲਿੰਗੋ ਨਾਲ ਚਲੇ ਜਾਈਏ। ਸੋ ਡਿਲਿੰਗੋ ਦਾ ਵੈਰੀ ਕਲੀਅਰ ਹੈਗਾ, ਪਹਿਲਾਂ ਵੀ ਵੈਬਸਾਈਟ 'ਤੇ ਕਿਤੇ ਵੀ ਨਹੀਂ ਮੈਂਸ਼ਨ ਕੀਤਾ ਹੋਇਆ ਸੀ, ਕਿਤੇ ਪ੍ਰਮੋਟ ਵੀ ਨਹੀਂ ਕੀਤਾ। ਬਟ ਬਹੁਤ ਸਾਰੇ ਏਜੰਟ ਡਿਲਿੰਗੋ ਕਰਕੇ ਪ੍ਰਮੋਟ ਕਰ ਰਹੇ। ਬਟ ਡਿਲਿੰਗੋ ਦੇ ਨਾਲ ਤੁਸੀਂ ਕੈਨੇਡਾ ਨਹੀਂ ਪਹੁੰਚ ਸਕਦੇ। ਡਿਲਿੰਗੋ ਨਾਲ ਇੱਕ ਕਾਲਜ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ। UK ਡਿਲਿੰਗੋ ਜਾਂ ਕਿਸੇ ਹੋਰ ਕੰਟਰੀ 'ਚ ਅਸੈਪਟੇਬਲ ਹੋਏਗਾ, ਬਟ ਕੈਨੇਡਾ ਦੇ ਵਿੱਚ ਹਜੇ ਅਸੈਪਟੇਬਲ ਨਹੀਂ ਹੈ। ਸੋ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟਸ ਹੈਗੇ ਜਾਂ ਬਾਕੀ ਹੈਗੇ ਉਹਦੇ ਲਈ 3 ਹੀ ਟੈਸਟ ਐਟ ਪ੍ਰੈਜ਼ੈਂਟ ਜਿਹੜੇ ਅਸੈਪਟੇਬਲ ਹੈ। 1 ਇਜ਼ IELTS, IELTS, IELTS PTE ਐਂਡ ਥਰਡ 1 ਇਜ਼ TOEFL। ਸੋ TOEFL ਐਂਡ 3 ਹੀ ਜਿਹੜੇ ਟੈਸਟ ਹੈਗੇ ਜਿਹੜੇ ਇਸ ਟਾਈਮ ਅਸੈਪਟੇਬਲ ਹੈਗੇ ਆ। ਇਹਨਾਂ ਨੂੰ ਹੀ ਆਪਾਂ ਕਰਕੇ ਜਿਹੜੇ ਐਡਮਿਸ਼ਨਸ ਵਗੈਰਾ ਲੈ ਸਕਦੇ ਹੈਗੇ ਆ ਔਰ ਆਪਣੀ ਜਿਹੜੀ ਇਹ ਪਾਸ ਹੋ ਸਕਦਾ ਹੈ। ਯੈਸ CAQ ਆਪਾਂ ਲੈਣਾ ਹੈ ਅਗਰ ਮੌਂਟਰੀਅਲ ਤੋਂ ਹੈਗੇ ਆ। तो बाकी सारिया चीज़ा एज इट इज़ हैगियां। ये सारिया चीज़ों उन्होंने क्लीयर किया गया भी बायोमैट्रिक्स मैडिकल इन्होंने चीज़ों के लिए असी जो कोई भी रिफ्यूज़ नहीं करांगे, बट स्टैप 1 की जी है आप दे सकते हैं, अप्रूवल दे सकते हैं। तो सैकेंड अप्रूवल के यस फ्लाई करने की अप्रूवल मिलेगी भी कदों तुसीं फ्लाई कर सकते हो। ਹੁਣ ਸਭ ਤੋਂ ਵੱਡਾ ਜਿਹੜਾ ਇੰਪੋਰਟੈਂਟ ਪੁਆਇੰਟ ਹੈ ਮੈਂ ਤੁਹਾਨੂੰ ਐਂਡ ਦੇ ਵਿੱਚ ਦੱਸਣ ਜਾ ਰਿਹਾ, ਜਿਹੜੇ ਬੱਚਿਆਂ ਨੇ ਮਈ ਦੇ ਵਿੱਚ ਐਡਮਿਸ਼ਨ ਲਈਆਂ ਸੀ ਉਹਨਾਂ ਨੇ ਡੈਫਰ ਕੀਤੀਆਂ ਸਤੰਬਰ ਦੇ ਵਿੱਚ ਕਾਲਜਾਂ ਨੇ ਕਲੀਅਰ ਕੱਟ ਇਨਫੋਰਮੇਸ਼ਨ ਦੇ ਦਿੱਤੀ ਹੈ ਵੀ ਯੈਸ ਕਲਾਸਿਸ ਆਨਲਾਈਨ ਆਪਾਂ ਨੂੰ ਸ਼ੁਰੂ ਹੀ ਕਰਨੀਆਂ ਪੈਣਗੀਆਂ। ਸੋ ਜਿਹੜੇ ਬੱਚਿਆਂ ਨੇ ਮਈ ਤੋਂ ਸਤੰਬਰ ਡੈਫਰ ਕੀਤਾ ਸੀ, ਨਾਓ ਦੇ ਸ਼ੁੱਡ ਬੀ ਮੈਂਟਲੀ ਰੈਡੀ ਕਿ ਆਪਣੀ ਆਨਲਾਈਨ ਕਲਾਸਿਸ ਅਪਲਾਈ ਕਰਨ, ਆਪਣੇ ਕਾਲਜ ਨਾਲ ਇਨ ਟੱਚ ਰਹਿਣ, ਆਪਣੇ ਏਜੰਟਸ ਨਾਲ ਇਨ ਟੱਚ ਰਹਿਣ ਔਰ ਡਾਇਰੈਕਟ ਕੋਰਸਪੋਂਡੈਂਸ ਵੀ ਕਰ ਸਕਦੇ ਹੈ। ਕਈ ਕਾਲਜ इतने रफ हो गए, उन्होंने सिंपल जी इन्फॉर्मेशन देती है भी यस ऑनलाइन रजिस्टर करो अदरवाइज वी विल नॉट रिफंड योर मनी। सो ये सारिया टाइम टू टाइम चेंजेस हो रही हैं। तो टाइम टू टाइम जिन्होंने भी बच्चों ने एडमिशन ली है अपने कॉलेज नाल डायरैक्टली इन टच रहन तो देर इज़ नो स्कोप, बहुत घट स्कोप है भी हुण अगे आपां जनवरी इनटेक लिए डैफर करिए। सेम टाइम ਜਿਹੜੇ ਬੱਚੇ ਨਵੇਂ ਅਪਲਾਈ ਕਰ ਰਹੇ ਸਤੰਬਰ ਇਨਟੇਕ ਦੇ ਲਈ, ਜੇ ਉਹਨਾਂ ਕੋਲ ਅਪਰੂਵਲਸ ਆ ਜਾਂਦੀਆਂ, ਫਸਟ ਅਪਰੂਵਲ ਅਗਰ ਆਪਣੇ ਇਨ ਹੈਂਡ ਆ ਜਾਂਦੀ ਹੈ तो then college can deny yes we will not refund your money। ਸੋ ਇਹ ਧਿਆਨ ਨਾਲ ਰੱਖਣ ਵਾਲੀ ਗੱਲ ਹੈਗੀ ਹੈ। ਥੋੜ੍ਹਾ ਜਿਹਾ ਇਹਨੂੰ ਸਮਝ ਕੇ ਫਾਈਲਾਂ ਨੂੰ ਲਗਵਾਉਣਾ ਹੈ ਆਪਾਂ ਸਾਰਾ ਚੀਜ਼ਾਂ ਵੀ ਅਗਰ ਆਪਾਂ ਜੈਨੂਨ ਸਟੂਡੈਂਟ ਹੈਗੇ, ਲਿਖੋ ਕੰਬੈਸੀ ਵੀ ਇਹ ਕਹਿ ਰਹੇ ਵੀ ਯੂ ਆਰ ਅ ਜੈਨੂਨ ਸਟੂਡੈਂਟ ਰਾਈਟ, ਤਾਂ ਹੀ ਅਸੀਂ ਤੁਹਾਨੂੰ ਜਿਹੜਾ ਵੀਜ਼ਾ ਗਰਾਂਟ ਕਰਾਂਗੇ। ਐਂਡ ਕਾਲਜ ਵੀ ਕਹਿ ਰਿਹਾ ਵੀ ਦਿਸ ਇਜ਼ ਮਾਈ ਜੈਨੂਨ ਸਟੂਡੈਂਟ। ਅਗਰ ਇਹ ਆਪਾਂ ਨੂੰ ਆਪਸ਼ਨ ਮਿਲ ਰਹੀ ਹੈ 50% ਕਲਾਸ ਜਿਹੜੀ ਹੈ ਫਿਰ ਇੰਡੀਆ ਤੋਂ ਆਪਾਂ ਲਗਾ ਸਕਦੇ ਹਾਂ, ਉਹਨੂੰ ਦੇਖਦੇ ਹੋਏ ਹੀ ਆਪਾਂ ਜਿਹੜੀ ਫਾਈਲ ਲਗਾਣੀ ਪੁੱਟ ਅਪ ਕਰਨੀ ਹੈ। सो अगर अप्रूवल आ जाती है तो यू शुड बी रेडी विद द ऑनलाइन क्लासेस। और अगर इन केस एक्सैप्शनली कॉलेज ये कहता है भी यस भी ये ऑनलाइन क्लासेस मैं नहीं दे सकता, प्रैक्टिकल हैगे है या असी कुछ बैचेस दे विच कॉलेजेस खोल रहे हैं, जिस तरह भी दा कोई पॉलिसी आएगी अगर कॉलेज की, क्योंकि ये एम्बैसी का कोई इंटरवेंशन नहीं, वो कह रही भी यस रिफंड पॉलिसी अपने कॉलेज में देखो। कॉलेज अगर मना कर रहा है तो वी कैन नॉट हैल्प यू। अगर कॉलेज कह रहा है भी यस आना है तो वी कैन ओबलाइज यू, तुसीं वो अप्रूवल्स दिखा दो भी एसेंशियल क्लासेस तुहाड़ियां लगनियां, यू कैन ट्रैवल। सो इन्हां चीज़ों को थोड़ा ख्याल रखना है, बड़िया इंपॉर्टेंट है। सो इत्थों ट्रैवल करना दोनों तिन्हों लिए इंपॉर्टेंट है। 1 डैफर जोड़े बच्चे कर रहे हैं वो अपना अलर्ट हो जान भी डैफर नहीं हो पाएगा। 90% के डैफर जो नहीं हो पाना, बहुत घट कॉलेज जो डैफरमेंट अलाउ कर रहे हैं जनवरी ली। सैकेंड जोड़े बच्चे हूँ सितंबर लिए अप्लाई कर रहे हैं, दे शुड बी आल्सो केयरफुल कि अगर वीज़ा उन्होंने आ जाता है दे हैव टू ट्रैवल आइदर या इंडिया तो स्टार्ट करनी पेंगी। डैफरमेंट का कोई चांस नहीं है, क्लीयर कट गाइडलाइनस उतों आ रही हैं।
ਐਂਡ ਨੰਬਰ ਥਰਡ ਨੰਬਰ ਦੇ ਵਿੱਚ ਜਿਹੜੇ ਵੀ ਬੱਚੇ ਇੱਥੋਂ ਟਰੈਵਲ ਕਰ ਰਹੇ ਉਹ ਸਾਰੀਆਂ ਟਿਕਟਸ ਵਗੈਰਾ ਉਹਦਾ ਆਪਣਾ ਪੂਰਾ ਡਾਕੂਮੈਂਟੇਸ਼ਨ ਲੈ ਕੇ ਚੱਲਣ ਐਂਡ ਉਹ ਅਗਰ ਉਹ ਆਪਣਾ ਇੰਤਜ਼ਾਮ ਕਰ ਸਕਣ ਸੋ ਦੈਟ ਕਿ ਜਿਹੜਾ ਰੂਲਸ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਦੇ ਹੋਏ ਆਪਾਂ ਉੱਥੇ ਲੈਂਡ ਕਰ ਪਾਈਏ, ਸੇਫਲੀ ਲੈਂਡ ਕਰ ਪਾਈਏ। ਸੋ ਥੈਂਕ ਯੂ ਵੈਰੀ ਮਚ। ਅੱਜ ਦੀ ਇਨਫੋਰਮੇਸ਼ਨ ਜਿਹੜੀ ਕਾਫੀ ਇੰਪੋਰਟੈਂਟ ਸੀਗੀ, ਸੋ ਆਈ ਥੋਟ ਕਿ ਤੁਹਾਨੂੰ ਸ਼ੇਅਰ ਕਰਨੀ ਚਾਹੀਦੀ ਹੈ। ਇਹਦਾ ਨੀਚੇ ਵੈਬੀਨਾਰ ਦਾ ਲਿੰਕ ਵੀ ਤੁਹਾਨੂੰ ਮਿਲ ਜਾਏਗਾ। ਵੈਬੀਨਾਰ ਦੀ ਜਿਹੜੇ ਤਕਰੀਬਨ ਜਿਹੜੀ ਪੂਰੀ ਇਨਫੋਰਮੇਸ਼ਨ ਉਹਦੇ ਗੋ ਥਰੂ ਤੁਸੀਂ ਕਰ ਸਕਦੇ ਹੋ, ਤਾਂ ਕਾਫੀ ਹੈਲਪਫੁਲ ਹੋਏਗੀ ਤੁਹਾਡੇ ਲਈ। ਥੈਂਕ ਯੂ ਵੈਰੀ ਮਚ।